ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਹਰਿਆਣਾ ਦੇ ਵਿੱਚ ਬਣੀ ਵੱਖਰੀ ਕਮੇਟੀ ਦੀ, ਜਿਸ ਦੀ ਮਾਨਤਾ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਹਰਿਆਣਾ ਕਮੇਟੀ ਆਮੋ ਸਾਹਮਣੇ ਨਜ਼ਰ ਆਉਂਦੇ ਨੇ। ਇੱਕ ਪਾਸੇ ਹਰਿਆਣਾ ਕਮੇਟੀ ਦੇ ਵਿਰੋਧ ਦੇ ਵਿੱਚ ਐਸਜੀਪੀਸੀ ਵੱਡਾ ਰੋਸ ਮਾਰਚ ਕਰ ਰਹੀ ਹੈ। ਐਸਜੀਪੀਸੀ ਅਤੇ ਅਕਾਲੀ ਦਲ ਦੇ ਜਥੇ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਹਰਿਆਣਾ ਦੇ ਵਿੱਚ ਅੰਬਾਲਾ ਤੋਂ ਮਾਰਚ ਦੇ ਰੂਪ ਦੇ ਵਿੱਚ ਰਵਾਨਾ ਹੋ ਚੁੱਕੇ ਨੇ। ਅਕਾਲ ਤਖਤ ਸਾਹਿਬ ਪਹੁੰਚਣਗੇ, ਅੰਮ੍ਰਿਤਸਰ ਪਹੁੰਚ ਕੇ ਅਰਦਾਸ ਕੀਤੀ ਜਾਵੇਗੀ। ਤਾਂ ਦੂਜੇ ਪਾਸੇ ਐਚਐਸਜੀਪੀਸੀ ਨੇ ਨਾਡਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਨੇ। ਇਸ ਦੌਰਾਨ ਹਰਿਆਣਾ ਦੇ ਸੀਐਮ ਮਨੋਹਰ ਲਾਲ ਵੀ ਨਾਡਾ ਸਾਹਿਬ ਪਹੁੰਚੇ, ਨਤਮਸਤਕ ਹੋਏ ਗੁਰੂ ਘਰ ਦੇ ਵਿੱਚ। ਐਚਐਸਜੀਪੀਸੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਸ਼ੁਕਰਾਨੇ ਦੇ ਵਜੋਂ ਇਹ ਆਰੰਭ ਕਰਵਾ ਰਹੀ ਹੈ ਅਖੰਡ ਪਾਠ ਸਾਹਿਬ। ਕਹਿੰਦੇ ਵਿਵਾਦ ਇਸ ਕਰਕੇ ਹੈ ਕਿਉਂਕਿ ਐਸਜੀਪੀਸੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਪੂਰਾ ਜਿਹੜਾ ਘਟਨਾਕ੍ਰਮ ਵਾਪਰਿਆ ਇਹ ਸਿੱਖਾਂ ਦੇ ਉੱਤੇ, ਪੰਥ ਦੇ ਉੱਤੇ ਇੱਕ ਵੱਡਾ ਹਮਲਾ ਹੈ। ਇਨਫੈਕਟ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਆਪਰੇਸ਼ਨ ਬਲੂ ਸਟਾਰ ਤੋਂ ਵੀ ਵੱਡਾ ਇਹ ਹਮਲਾ ਹੈ ਸਿੱਖ ਕੌਮ ਦੇ ਉੱਤੇ। ਤਾਂ ਇਸ ਦੇ ਵਿਰੋਧ ਦੇ ਵਿੱਚ ਲਗਾਤਾਰ ਇਹ ਜਿਹੜੇ ਪ੍ਰਦਰਸ਼ਨ ਉਹ ਕੀਤੇ ਜਾ ਰਹੇ ਨੇ। ਕਾਬਿਲੇ ਗੌਰ ਹੈ ਕਿ 2014 ਦੇ ਵਿੱਚ ਜਦੋਂ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਕਾਂਗਰਸ ਦੀ ਸਰਕਾਰ ਵਿਧਾਨ ਸਭਾ ਦੇ ਵਿੱਚ ਹਰਿਆਣਾ ਗੁਰਦੁਆਰਾ ਐਕਟ 2014 ਲੈ ਕੇ ਆਈ। ਉੱਥੇ ਵੱਖਰੀ ਕਮੇਟੀ ਬਣਾ ਦਿੱਤੀ ਗਈ, ਜਗਦੀਸ਼ ਸਿੰਘ ਝਿੰਡਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਸਜੀਪੀਸੀ ਇਸ ਕਮੇਟੀ ਦੇ ਵਿਰੋਧ ਦੇ ਵਿੱਚ ਪਹੁੰਚ ਗਈ ਸੁਪਰੀਮ ਕੋਰਟ। ਔਰ ਇਹ ਪੂਰਾ ਹਵਾਲਾ ਦਿੱਤਾ ਗਿਆ ਕਿ ਜੋ ਗੁਰਦੁਆਰਾ ਐਕਟ ਹੈ 1925 ਉਸ ਦੇ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਸੰਸਦ ਦੇ ਵੱਲੋਂ ਪਾਸ ਹੈ। ਇਸ ਕਰਕੇ ਹਰਿਆਣਾ ਦੇ ਵੱਲੋਂ ਬਣਾਇਆ ਗਿਆ ਇਹ ਐਕਟ ਸੰਵਿਧਾਨ ਦੇ ਮੁਤਾਬਿਕ ਨਹੀਂ ਹੈ। ਖੈਰ ਕਰੀਬ 8 ਸਾਲ ਉੱਥੇ ਪੇਸ਼ੀਆਂ ਹੁੰਦੀਆਂ ਰਹੀਆਂ, ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲਦਾ ਰਿਹਾ। ਹਾਲ ਹੀ ਦੇ ਵਿੱਚ 2022 ਆਇਆ ਜਦੋਂ ਹਾਲ ਹੀ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਵੱਲੋਂ ਹਰਿਆਣਾ ਕਮੇਟੀ ਦੀ ਮਾਨਤਾ ਨੂੰ ਬਰਕਰਾਰ ਰੱਖਿਆ ਗਿਆ ਸੀ, ਯਾਨੀ ਜਿਹੜੀ ਐਸਜੀਪੀਸੀ ਦੀ ਪਟੀਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਐਸਜੀਪੀਸੀ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੀ ਹੈ ਔਰ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਦੀ ਮਾਨਤਾ ਨੂੰ ਉਸ ਦਾ ਵਿਰੋਧ ਕਰ ਰਹੀ ਹੈ। ਤੇ ਅੱਜ ਵੀ ਮਾਰਚ ਕੱਢਿਆ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਤੁਹਾਨੂੰ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦੀ ਗੱਡੀ ਅੱਗੇ ਨਜ਼ਰ ਆ ਰਹੀ ਹੈ, ਕਾਰ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ। ਦੂਜੇ ਪਾਸੇ ਐਚਐਸਜੀਪੀਸੀ ਵੱਲੋਂ ਅਖੰਡ ਪਾਠ ਸਾਹਿਬ ਨਾਡਾ ਸਾਹਿਬ ਦੇ ਵਿੱਚ ਰਖਵਾਏ ਗਏ। कमेटी बनी थी एडॉक कमेटी 41 मेंबर की, उसके 18 महीने समय दिया गया था। अब चूंकि वो 18 महीने उस समय कोई ऐसा प्रावधान उसमें नहीं लिखा गया था एक्ट में कि एमरजेंसी में किसी कारण से सुप्रीम कोर्ट अथवा किसी और कारण से ये टाइम लैप्स हो जाए और उस समय तक नई कमेटी नहीं बनेगी, तो ऐसा कोई प्रावधान नहीं था। तो सबसे पहले तो एक ऐसा प्रावधान हम एक्ट में करेंगे कि इस प्रकार की परिस्थिति में यदि कोर्ट के डिसीजन के कारण से या किसी भी कारण से वो कमेटी पूरा काम नहीं कर पाई है तो नए सिरे से एक एडॉक कमेटी बनाने का अधिकार ये सरकार के पास रहेगा। फिर एक नए सिरे से एडॉक कमेटी बनेगी, उसका कार्यकाल भी उसी प्रकार से। ਤਾਂ ਦੋ ਤਸਵੀਰਾਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿਉਂਕਿ ਐਸਜੀਪੀਸੀ ਅਤੇ ਐਚਐਸਜੀਪੀਸੀ ਆਮੋ ਸਾਹਮਣੇ ਸਾਫ਼ ਤੌਰ ਤੇ ਨਜ਼ਰ ਆਉਂਦੇ ਨੇ। ਖੈਰ ਕਾਨੂੰਨੀ ਤੌਰ ਦੇ ਉੱਤੇ ਹੁਣ ਕੀ ਬਦਲ ਬਚਦੇ ਨੇ, ਐਸਜੀਪੀਸੀ ਦੇ ਕੋਲ ਇੱਕ ਵੱਡਾ ਸਵਾਲ ਹੈ। ਪਰ ਦੂਜੇ ਪਾਸੇ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਔਰ ਐਸਜੀਪੀਸੀ ਕਹਿ ਰਹੀ ਹੈ ਕਿ ਜਿਹੜੇ ਸਿੱਖ ਪੰਥ ਦੇ ਲੋਕ ਅੱਜ ਜਸ਼ਨ ਮਨਾ ਰਹੇ ਨੇ ਉਹ ਵੀ ਇਸ ਚੀਜ਼ ਨੂੰ ਸਮਝਣ ਕਿ ਇਹ ਇੱਕ ਵੱਡਾ ਹਮਲਾ ਹੈ। ਔਰ ਸ਼ਾਇਦ ਉਹ ਅੱਜ ਜਸ਼ਨ ਮਨਾ ਰਹੇ ਨੇ ਕਿ ਉੱਥੇ ਵੱਖਰੀ ਕਮੇਟੀ ਬਣਾ ਦਿੱਤੀ ਗਈ, ਪਰ ਉਹ ਇਹ ਸਮਝ ਨਹੀਂ ਪਾ ਰਹੇ ਕਿ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਐਸਜੀਪੀਸੀ ਦਾ ਤਰਕ ਹੈ। ਪ੍ਰਧਾਨ ਜਿਹੜੇ ਹੈਗੇ ਨੇ ਐਸਜੀਪੀਸੀ ਦੇ ਉਹ ਇਹ ਤਰਕ ਦੇ ਰਹੇ ਨੇ। ਦੂਜੇ ਪਾਸੇ ਐਚਐਸਜੀਪੀਸੀ ਦਾ ਤਰਕ ਇਹ ਹੈ ਕਿ ਅਸੀਂ ਐਸਜੀਪੀਸੀ ਤੋਂ ਵੱਖਰੀ ਬੇਸ਼ੱਕ ਬਣਾ ਲਈ ਹੈ ਪਰ ਗੁਰੂ ਘਰ ਦੀ ਸੇਵਾ ਸੰਭਾਲ ਉਸ ਤਰੀਕੇ ਨਾਲ ਹੀ ਕੀਤੀ ਜਾਵੇਗੀ। ਔਰ ਦੂਜੇ ਪਾਸੇ ਇਹ ਵੀ ਤਰਕ ਦਿੱਤਾ ਜਾ ਰਿਹਾ ਕਿ ਸਿੱਖ ਭਾਈਚਾਰੇ ਦੇ ਲੋਕ ਹੀ ਜਿਹੜੀ ਸੇਵਾ ਸੰਭਾਲ ਹੈ ਗੁਰੂ ਘਰਾਂ ਦੀ ਹਰਿਆਣਾ ਦੇ ਵਿੱਚ ਕਰਨਗੇ। ਹਰਿਆਣਾ ਦੇ ਵਿੱਚ ਕੀ ਸਮੱਸਿਆਵਾਂ ਨੇ, ਕੀ ਉੱਥੇ ਦਿੱਕਤਾਂ ਨੇ, ਕਿਵੇਂ ਦੂਰ ਕਰਨੀਆਂ, ਉਹ ਹਰਿਆਣਾ ਦੇ ਸਿੱਖ ਬਾਖੂਬੀ ਜਾਣਦੇ, ਇਹਨਾਂ ਨੂੰ ਜ਼ਿਆਦਾ ਪਤਾ। ਇਸ ਕਰਕੇ ਉੱਥੇ ਵੱਖਰੀ ਕਮੇਟੀ ਹੋਣੀ ਚਾਹੀਦੀ ਸੀ। ਤਾਂ ਇਹੀ ਤਰਕ ਦਿੱਤਾ ਜਾ ਰਿਹਾ ਵੱਖ-ਵੱਖ ਥਾਵਾਂ ਤੋਂ, ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਅੱਜ ਐਸਜੀਪੀਸੀ ਦੇ ਵੱਲੋਂ ਇਹ ਪੰਥਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਤਾਂ ਪਹਿਲੀ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲਾਈਵ ਤਸਵੀਰਾਂ ਨੇ। ਜਿਹੜਾ ਪੰਥਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ, 3 ਥਾਵਾਂ ਤੋਂ ਇਹ ਪੰਥਕ ਰੋਸ ਮਾਰਚ ਜਿਹੜਾ ਹੈ ਉਸ ਦਾ ਆਗਾਜ਼ ਹੋਇਆ ਹੈ ਔਰ ਸ਼ੁਰੂ ਹੋਇਆ ਹੈ ਔਰ ਇਹ ਅੰਮ੍ਰਿਤਸਰ ਪਹੁੰਚੇਗਾ। ਅਕਾਲ ਤਖਤ ਸਾਹਿਬ ਪਹੁੰਚ ਕੇ ਉੱਥੇ ਅਰਦਾਸ ਕਰਵਾਈ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਅਨੰਦਪੁਰ ਸਾਹਿਬ ਤੋਂ, ਤਲਵੰਡੀ ਸਾਬੋ ਤੋਂ ਤੇ ਅੰਬਾਲਾ ਤੋਂ, ਹਰਿਆਣਾ ਤੋਂ ਵੀ ਇੱਕ ਜਿਹੜਾ ਮਾਰਚ ਆ ਉਹ ਕੱਢਿਆ ਜਾ ਰਿਹਾ ਹੈ ਔਰ ਅਕਾਲੀ ਦਲ ਦੇ ਵੀ ਵੱਡੇ ਲੀਡਰ ਇਸ ਦੇ ਵਿੱਚ ਸ਼ਾਮਲ ਹੋਏ ਨੇ, ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ। ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਸੀ ਤੁਹਾਨੂੰ ਪਹਿਲਾਂ ਔਰ ਹੁਣ ਤਸਵੀਰਾਂ ਦੇ ਵਿੱਚ ਲੱਗ ਰਿਹਾ ਪ੍ਰੇਮ ਸਿੰਘ ਚੰਦੂਮਾਜਰਾ ਨੇ।
ਹੋਰ ਜਾਣਕਾਰੀ ਦੀ ਕੋਸ਼ਿਸ਼ ਕਰਦੇ ਹਾਂ, ਸਿੱਧਾ ਰੁਕ ਕਰਦੇ ਹਾਂ। ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨਪਿੰਦਰ ਬਰਾੜ ਜੁੜ ਰਹੇ ਨੇ। ਤਲਵੰਡੀ ਸਾਬੋ ਤੋਂ ਜਿਹੜਾ ਮਾਰਚ ਸ਼ੁਰੂ ਹੋਇਆ ਹੈ, ਇਸ ਮਾਰਚ ਦੇ ਨਾਲ ਅੱਗੇ ਵਧ ਰਹੇ ਨੇ ਨਪਿੰਦਰ ਬਰਾੜ। ਨਪਿੰਦਰ, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਜਾਣਕਾਰੀ, ਕੌਣ-ਕੌਣ ਆਗੂ ਸ਼ਾਮਲ ਹੋਏ ਨੇ, ਕੀ ਕੁਝ ਅਪਡੇਟ? ਓਵਰ ਟੂ ਯੂ। गौरव बिल्कुल तलवंडी साबो तो जिहड़ा काफिला रवाना हो चुका है और सुखबीर सिंह बादल तो इलावा चाहे कोशिश करेंगे कि नपिंदर दे नाल गलबात हो सके, चाहे चरणजीत सिंह बराड़ होण और इस पूरे इलाके दे सीनियर लीडरशिप है जिहड़ी ਉਹ इस वेले उन्हां दे नाल मौजूद है सुखबीर सिंह बादल होरां दे। और इस वेले बठिंडा दे वल वध रहा है ये काफिला, क्योंकि अमृतसर साहिब दे वल जाना है और रस्ते दे विच 47 ਦੇ ਕਰੀਬ ਜਿਹੜੇ ਪੜਾਅ ਨੇ, यानी 45 ਤੋਂ ਵੱਧ ਪੜਾਅ ਨੇ ਜਿੱਥੇ ਵੱਖ-ਵੱਖ ਹਲਕਿਆਂ ਦੇ ਲੋਕ ਆ ਜਿਹੜੇ ਉਹ ਇਕੱਠੇ ਹੋਣਗੇ, ਰੁਕਣਗੇ ਔਰ ਇਸ ਕਾਫਲੇ ਦਾ ਹਿੱਸਾ ਬਣਨਗੇ। ਰਸਤੇ ਦੇ ਵਿੱਚ ਜਿਵੇਂ ਜਿਵੇਂ ਇਹ ਕਾਫਲਾ ਅੱਗੇ ਵਧਦਾ ਜਾਏਗਾ ਉਹ ਲੋਕ ਜਿਹੜੇ ਨੇ ਬਾਕੀ ਹਲਕਿਆਂ ਵਾਲੇ ਜਿਹੜੇ ਕਾਫਲੇ ਹੋਣਗੇ ਉਹ ਨਾਲ-ਨਾਲ ਮਿਲਦੇ ਜਾਣਗੇ। ਔਰ ਆਖਿਰ ਦੇ ਵਿੱਚ ਗੋਲਡਨ ਗੇਟ ਜਦੋਂ ਅੰਮ੍ਰਿਤਸਰ ਇਹ ਕਾਫਲਾ ਪਹੁੰਚੇਗਾ ਤਾਂ ਦੂਜੇ ਪਾਸੇ ਜਿਹੜਾ ਸ਼ੰਭੂ ਬੈਰੀਅਰ ਤੋਂ ਚੱਲਿਆ ਹੋਇਆ ਹਰਿਆਣੇ ਵਾਲਾ ਕਾਫਲਾ ਔਰ ਦੂਜੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਰਿਆ ਹੋਇਆ ਜਿਹੜਾ ਕਾਫਲਾ, ਇਹ ਤਿੰਨ ਕਾਫਲੇ ਗੋਲਡਨ ਗੇਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜੇ ਆ ਇਕੱਠੇ ਹੋਣਗੇ। ਉੱਥੋਂ ਇੱਕ ਵੱਡਾ ਕਾਫਲਾ ਫਿਰ ਇਕੱਠਾ ਹੋਏਗਾ। ਉਸ ਤੋਂ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਜਿਹੜਾ ਹੈਗਾ ਵਧਣਗੇ ਔਰ ਉੱਥੇ ਜਾ ਕੇ ਨਤਮਸਤਕ ਹੋਣਗੇ, ਅਰਦਾਸ ਬੇਨਤੀ ਕਰਨਗੇ। ਤਾਂ ਫਿਲਹਾਲ ਬਠਿੰਡੇ ਪਹੁੰਚਣ ਵਾਲਾ ਜਿਹੜਾ ਤਲਵੰਡੀ ਸਾਬੋ ਤੋਂ ਕਾਫਲਾ ਜਿਹੜਾ ਚੱਲਿਆ ਹੋਇਆ ਔਰ ਇੱਥੇ ਬਠਿੰਡਾ ਜਦੋਂ ਸ਼ਹਿਰ ਕ੍ਰਾਸ ਹੋਏਗਾ ਉੱਥੇ ਫਿਰ ਕੁਝ ਹਲਕੇ ਜਿਹੜੇ ਆ ਉਹ ਨਾਲ ਮਿਲਣਗੇ। ਯਾਨੀ ਜਿਹੜਾ ਝੀਲਾਂ ਦੇ ਕੋਲ ਜਦੋਂ ਜਾਂਦੇ, ਕਿਉਂਕਿ ਜਿਹੜਾ ਮਲੋਟ ਹਲਕਾ ਇਸ ਪਾਸੇ ਦੇ ਜਿਹੜੇ ਸੰਗਤ ਹੋਏਗੀ ਉਹ ਉੱਥੇ ਆ ਕੇ ਨਾਲ ਮਿਲੇਗੀ। ਔਰ 8 ਦੇ ਕਰੀਬ ਹਲਕੇ ਆ ਜਿਹੜੇ ਉਹ ਤਲਵੰਡੀ ਸਾਬੋ ਤੋਂ ਨਾਲ ਰਵਾਨਾ ਹੋਏ ਨੇ। ਉਹਨਾਂ ਦੇ ਵਿੱਚ ਤੁਸੀਂ ਤਲਵੰਡੀ ਸਾਬੋ ਕਰ ਲਓ, ਸਰਦੂਲਗੜ੍ਹ ਕਰ ਲਓ, ਬੁਢਲਾਡਾ ਕਰ ਲਓ, ਮਾਨਸਾ, ਮੌੜ, ਬਠਿੰਡਾ ਦਿਹਾਤੀ ਹੋ ਗਿਆ ਔਰ ਲੰਬੀ ਤੇ ਲਹਿਰਾ, ਇਹ ਜਿਹੜੇ ਹਲਕੇ ਨੇ ਇਹ ਇੱਥੋਂ ਨਾਲ ਤੁਰੇ ਨੇ ਤਲਵੰਡੀ ਸਾਬੋ ਤੋਂ। ਔਰ ਅੱਗੇ ਜਾ ਕੇ ਮਲੋਟ ਹਲਕਾ ਜਿਹੜਾ ਉਹ ਬਠਿੰਡਾ ਪਾਰ ਕਰਕੇ ਉੱਥੋਂ ਨਾਲ ਤੁਰੇਗਾ। ਉਸ ਤੋਂ ਬਾਅਦ ਬਠਿੰਡਾ ਦੇ ਵਿੱਚ ਹੀ ਅਗਲੇ ਪੜਾਅ ਤੇ ਬੱਲੂਆਣਾ ਨਾਲ ਜੁੜ ਜਾਏਗਾ, ਗਿੱਦੜਵਾ ਨਾਲ ਜੁੜ ਜਾਏਗਾ, ਬਠਿੰਡਾ ਥਰਮਲ ਦੇ ਪੁਲ ਤੋਂ ਅੱਗੇ ਜਾ ਕੇ ਸ਼ਹਿਰੀ ਹੈ ਜਿਹੜਾ ਉਹ ਝੀਲਾਂ ਦੇ ਨਾਲ ਜਾ ਕੇ ਲੱਗ ਜਾਏਗਾ। ਤਾਂ ਇਹ ਕਰੀਬ 13-14 ਹਲਕੇ ਜਿਹੜੇ ਨੇ ਉਹ ਬਠਿੰਡਾ ਨਿਕਲਦਿਆਂ ਨਾਲ ਆ ਕੇ ਜੁੜ ਜਾਣਗੇ। ਔਰ ਉਸ ਤੋਂ ਬਾਅਦ ਇਸੇ ਤਰ੍ਹਾਂ ਵੱਖ-ਵੱਖ ਹਲਕਿਆਂ ਦਾ ਕਾਫਲਾ ਜਿਹੜਾ ਨਾਲ ਮਿਲਦਾ ਜਾਏਗਾ ਔਰ ਇਹ ਕਾਰਵਾਂ ਵੱਡਾ ਹੁੰਦਾ ਜਾਏਗਾ ਜੋ ਤੱਕ ਅੰਮ੍ਰਿਤਸਰ ਸਾਹਿਬ ਪਹੁੰਚਣਾ ਤੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਨਤਮਸਤਕ ਹੋਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਦੇ ਲਈ ਉੱਥੋਂ ਰਵਾਨਾ ਹੋਣਗੇ। ਜੀ ਬਿਲਕੁਲ, ਤਾਂ ਤਸਵੀਰਾਂ ਦਿਖਾ ਰਹੇ ਹਾਂ ਔਰ ਐਸਜੀਪੀਸੀ ਤੇ ਐਚਐਸਜੀਪੀਸੀ ਆਮੋ ਸਾਹਮਣੇ ਨਜ਼ਰ ਆਉਂਦੇ ਨੇ ਤੇ ਇਸ ਵਿਚਾਲੇ ਇਹ ਪੂਰਾ ਕਾਫਲਾ ਅੱਗੇ ਵਧ ਰਿਹਾ। ਸੁਖਬੀਰ ਸਿੰਘ ਬਾਦਲ ਦੀ ਗੱਡੀ ਸਭ ਤੋਂ ਅੱਗੇ ਇਸ ਸਮੇਂ ਤਸਵੀਰਾਂ 'ਚ ਨਜ਼ਰ ਆ ਰਹੀ ਹੈ। ਮੈਂ ਇੱਕ ਨਪਿੰਦਰ ਦਾ ਫਿਰ ਰੁਕ ਕਰਾਂਗਾ। ਨਪਿੰਦਰ, ਇਸ ਨੂੰ ਅਕਾਲੀ ਦਲ ਦਾ ਇੱਕ ਤਰੀਕੇ ਨਾਲ ਸ਼ਕਤੀ ਪ੍ਰਦਰਸ਼ਨ ਵੀ ਕਿਹਾ ਜਾਵੇ। ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤ ਵੱਡੇ ਇਕੱਠ ਨੇ ਜਾਂ ਫਿਰ ਕਾਫਲਾ ਬਹੁਤ ਲੰਬਾ ਹੈਗਾ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ, ਜਿਵੇਂ ਜਿਵੇਂ ਅੱਗੇ ਵੱਧਦਾ ਰਹੇਗਾ ਤੇ ਉਸੇ ਤਰ੍ਹਾਂ ਕਾਫਲੇ ਦੇ ਵਿੱਚ ਹੋਰ ਲੋਕ ਜੁੜਦੇ ਰਹਿਣਗੇ ਵੱਖ-ਵੱਖ ਥਾਵਾਂ ਤੋਂ। ਦੇਖੋ ਇਹਦੇ ਵਿੱਚ ਕਈ ਚੀਜ਼ਾਂ ਨੇ। ਅਕਾਲੀ ਦਲ ਦੇ ਅੱਜ ਦੇ ਇਸ ਕਹਿ ਸਕਦੇ ਆ ਕਿ ਪ੍ਰੋਟੈਸਟ ਮਾਰਚ ਕਰ ਲਓ ਜਾਂ ਤੁਸੀਂ ਇੱਕ ਇਕੱਠ ਕਰ ਲਓ, ਇਹਦੇ ਨਾਲ ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਅਕਾਲੀ ਦਲ ਜਿਹੜਾ ਹੈਗਾ ਇਕਜੁੱਟ ਹੋਣ ਦੀ ਕਿਤੇ ਨਾ ਕਿਤੇ ਜਿਹੜੀ ਕੋਸ਼ਿਸ਼ ਜਾਂ ਫਿਰ ਇਕਜੁੱਟ ਹੋਣ ਦਾ ਸੁਨੇਹਾ ਦੇਣ ਦੇ ਵਿੱਚ ਲੱਗਦਾ ਹੈ ਕਿ ਇੱਕ ਅੱਗੇ ਕਦਮ ਵਧਾਏਗਾ। ਦੂਜਾ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਆਇਆ, ਉਸ ਫੈਸਲੇ ਨੂੰ ਲੈ ਕੇ ਕਿਵੇਂ ਪੰਜਾਬ ਦੇ ਵਿੱਚ ਜਿਹੜੀ ਸੰਗਤ ਹੈ ਉਹਨਾਂ ਨੂੰ ਨਾਲ ਜੋੜਨਾ ਹੈ ਜਾਂ ਕਿਸ ਤਰ੍ਹਾਂ ਇਸ ਫੈਸਲੇ ਨੂੰ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਚੱਲਣਾ ਹੈ। ਕਿਉਂਕਿ ਦੇਖੋ ਉਹਦਾ ਰਿਵਿਊ ਪਟੀਸ਼ਨ ਵੀ ਪੈਣੀ ਹੈ ਤਾਂ ਤੁਸੀਂ ਉਸ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮੰਨ ਲਓ ਹੁਣ ਇਸ ਟਾਈਮ ਦੇ ਵਿੱਚ ਅਗਰ ਐਸਜੀਪੀਸੀ ਚੋਣਾਂ ਵੀ ਆਉਂਦੀਆਂ ਨੇ ਤਾਂ ਉਹਨਾਂ ਚੋਣਾਂ ਦੇ ਵਿੱਚ ਤੁਹਾਨੂੰ ਸੰਗਤ ਨੂੰ ਨਾਲ ਲੈਣਾ ਪਏਗਾ, ਤੁਹਾਨੂੰ ਘੱਟੋ ਘੱਟ ਇੱਥੋਂ ਦੀ ਸੰਗਤ ਨੂੰ ਨਾਲ ਜੋੜ ਕੇ ਰੱਖਣਾ ਪਏਗਾ। ਤਾਂ ਇਹ ਕਈ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਸ਼ਕਤੀ ਪ੍ਰਦਰਸ਼ਨ ਦੇ ਨਾਲ ਜਿਹੜੀ ਵੱਧ ਤੋਂ ਵੱਧ ਸੰਗਤ ਨੂੰ ਨਾਲ ਜੋੜਨ ਦੀ ਕੋਸ਼ਿਸ਼, ਕਿਉਂਕਿ ਅਕਾਲੀ ਦਲ ਇਸ ਵੇਲੇ ਜਿਸ ਤਰ੍ਹਾਂ ਦੀ ਤਸਵੀਰ ਲਗਾਤਾਰ ਹੁਣ 2 ਵਾਰ ਪਿਛਲੀ ਵਾਰ ਬੇਸ਼ੱਕ ਕੁਝ ਸੀਟਾਂ ਆਈਆਂ ਪਰ ਐਤਕੀ ਤਾਂ ਬਿਲਕੁਲ ਹਾਸ਼ੀਏ ਦੇ ਵਿੱਚ ਅਕਾਲੀ ਦਲ ਚਲਾ ਗਿਆ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਨੂੰ ਉਭਾਰਨ ਦੇ ਲਈ, ਇਹਨਾਂ ਹਾਲਾਤਾਂ ਦੇ ਵਿੱਚੋਂ ਕੱਢਣ ਦੇ ਲਈ, ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਖੜਾ ਕਰਨ ਦੇ ਲਈ ਕਹਿ ਸਕਦੇ ਹਾਂ ਕਿ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਮਾਰਚ ਹੈ ਇਹ ਉਸ ਜਿਹੜਾ ਹੈਗਾ ਕੋਸ਼ਿਸ਼ ਦੇ ਵਿੱਚ ਵੀ ਇੱਕ ਕਦਮ ਸਾਬਤ ਹੋ ਸਕਦਾ ਹੈ। ਜੀ
ਠੀਕ ਹੈ ਨਵਿੰਦਰ, ਤੁਸੀਂ ਨਜ਼ਰ ਬਣਾਏ ਰੱਖੋ, ਤੁਹਾਡੇ ਤੋਂ ਅੱਗੇ ਵੀ ਅਪਡੇਟ ਲੈਂਦੇ ਰਹਾਂਗੇ। ਫਿਲਹਾਲ ਦੇ ਲਈ ਧੰਨਵਾਦ, ਔਰ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ, ਸਾਡੇ ਦਰਸ਼ਕਾਂ ਤੱਕ ਪਹੁੰਚਦੀਆਂ ਰਹਿਣ। ਔਰ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ, ਇੱਕ ਕਾਫਲਾ ਰਵਾਨਾ ਹੋਇਆ ਤਲਵੰਡੀ ਸਾਬੋ ਤੋਂ, ਜਿਸ ਦੇ ਵਿੱਚ ਅਗਵਾਈ ਸੁਖਬੀਰ ਸਿੰਘ ਬਾਦਲ ਕਰਦੇ ਹੋਏ ਨਜ਼ਰ ਆ ਰਹੇ ਨੇ। ਐਸਜੀਪੀਸੀ ਅਤੇ ਅਕਾਲੀ ਦਲ ਦੋਵਾਂ ਦੇ ਵੱਲੋਂ ਇਹ ਮਾਰਚ ਕੱਢਿਆ ਜਾ ਰਿਹਾ। ਅਕਾਲੀ ਦਲ ਵੀ ਜਿਹੜੀ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਹੈ ਉਸ ਦੀ ਮਾਨਤਾ ਬਰਕਰਾਰ ਰੱਖਣ ਦਾ ਵਿਰੋਧ ਜ਼ਬਰਦਸਤ ਤਰੀਕੇ ਨਾਲ ਕਰਦਾ ਨਜ਼ਰ ਆਇਆ। ਸੁਖਬੀਰ ਸਿੰਘ ਬਾਦਲ ਖੁਦ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਸੀ। ਔਰ ਦੂਜੀ ਤਸਵੀਰ ਅਨੰਦਪੁਰ ਸਾਹਿਬ ਵਾਲੇ ਕਾਫਲੇ ਦੀ ਹੈ, ਜਿਸ ਦੇ ਵਿੱਚ ਅਕਾਲੀ ਦਲ ਦੇ ਵੱਡੇ ਲੀਡਰ ਨਜ਼ਰ ਆ ਰਹੇ ਨੇ। ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉੱਥੇ ਨਜ਼ਰ ਆ ਰਹੇ ਨੇ। ਔਰ ਇੱਕ ਵੱਡਾ ਕਾਫਲਾ, ਜਿਵੇਂ ਨਪਿੰਦਰ ਜ਼ਿਕਰ ਕਰ ਰਹੇ ਸੀ ਕਿ ਇੱਕ ਪੁਆਇੰਟ ਤੋਂ ਸ਼ੁਰੂ ਹੋਏਗਾ ਇਹ ਪੂਰਾ ਕਾਫਲਾ ਔਰ ਅੱਗੇ ਵਧਦਾ ਜਾਏਗਾ। ਜਿਵੇਂ ਜਿਵੇਂ ਅੱਗੇ ਵਧੇਗਾ ਉਸੇ ਤਰੀਕੇ ਨਾਲ ਜਿਹੜੇ ਜਿਹੜੇ ਕਸਬੇ, ਸ਼ਹਿਰ, ਹਲਕੇ ਵਿਚਾਲੇ ਆਉਣਗੇ, ਉੱਥੋਂ ਵੀ ਕਾਫਲੇ ਦੇ ਨਾਲ ਜਿਹੜੇ ਅਕਾਲੀ ਦਲ ਅਤੇ ਐਸਜੀਪੀਸੀ ਦੇ ਮੈਂਬਰਸ ਨੇ ਜਾਂ ਫਿਰ ਹੋਰ ਕਾਰਕੁਨ ਹੈਗੇ ਨੇ ਉਹ ਨਾਲ ਜੁੜਦੇ ਰਹਿਣਗੇ। ਤਾਂ ਦੋਵੇਂ ਚੀਜ਼ਾਂ ਨੇ, ਇੱਕ ਪਾਸੇ ਜਿਸ ਤਰੀਕੇ ਨਾਲ ਅਕਾਲੀ ਦਲ ਇਸ ਸਮੇਂ ਸਿਆਸੀ ਤੌਰ ਦੇ ਉੱਤੇ ਇੱਕ ਬਹੁਤ ਔਖੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ, ਤਾਂ ਉਹ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਹੈ। ਤੇ ਇਸ ਵਿਚਾਲੇ ਹਰਿਆਣਾ ਦੀ ਕਮੇਟੀ ਨੂੰ ਵੀ ਉਸ ਦੇ ਨਾਲ ਜੋੜ ਕੇ ਜ਼ਰੂਰ ਦੇਖਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਗਈ। ਉਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਲਈ ਕੋਈ ਬਹੁਤ ਸੁਖਾਵਾਂ ਫੈਸਲਾ ਨਹੀਂ ਸੀ। ਤੇ ਦੂਜੇ ਪਾਸੇ ਐਸਜੀਪੀਸੀ ਦਾ ਇਹੀ ਤਰਕ ਹੈ ਕਿ ਜਦੋਂ ਪਹਿਲਾਂ ਤੋਂ ਹੀ ਇਹ ਨਿਯਮ ਬਣਿਆ ਹੋਇਆ, ਕਾਨੂੰਨ ਬਣਿਆ ਹੋਇਆ, ਗੁਰਦੁਆਰਾ ਐਕਟ 1925 ਹੈ, ਤੇ ਜੇਕਰ ਉਸ ਦੇ ਵਿੱਚ ਕੋਈ ਸੋਧ ਹੁੰਦੀ ਹੈ ਜਾਂ ਫਿਰ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਫਿਰ ਉਹ ਪਾਰਲੀਮੈਂਟ ਕਰ ਸਕਦੀ ਹੈ, ਕੋਈ ਵਿਧਾਨ ਸਭਾ ਨਹੀਂ। ਹਾਲਾਂਕਿ ਆਪੋ ਆਪਣੇ ਤਰਕ ਜ਼ਰੂਰ ਦਿੱਤੇ ਜਾ ਰਹੇ ਨੇ। ਐਚਐਸਜੀਪੀਸੀ ਆਪਣਾ ਤਰਕ ਦੇ ਰਹੀ ਹੈ ਤੇ ਸਭ ਦੇ ਵਿਚਾਲੇ ਇਹ ਪੂਰਾ ਜਿਹੜਾ ਵਿਵਾਦ ਹੈ, ਫਿਲਹਾਲ ਐਸਜੀਪੀਸੀ ਇਸ ਮਾਮਲੇ ਨੂੰ ਛੱਡਣਾ ਨਹੀਂ ਚਾਹੁੰਦੀ ਔਰ ਵਿਰੋਧ ਲਗਾਤਾਰ ਇਸ ਮਾਮਲੇ 'ਚ ਕੀਤਾ ਜਾ ਰਿਹਾ ਹੈ।